ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਤਿਗੁਰ ਆਇਓ ਸਰਨ ਤੁਮਾਰੀ ਮਿਲੈ ਸੁਖ ਨਾਮ ਹਰ ਸ਼ੁਭਾ ਚਿੰਤਾ ਲਹ ਹਮਾਰੀ ਸਤਿਗੁਰ ਆਇਓ ਸ਼ਰਨ ਤੁਮਾਰੀ ਮਿਲੈ ਸੁਖ ਨਾਮ ਹਰ ਸ਼ੁਭਾ ਚਿੰਤਾ ਲਹ ਹਮਾਰੀ ਸੂਰਾ ਸੋ ਪਹਿਚਾਨੀਐ ਜੋ ਨਰ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰਹਿ ਕਬਹੁ ਨਾ ਛੁਡ ਖੇਤ ਪੁਰਜਾ ਪੁਰਜਾ ਕਟ ਮਰਹਿ ਕਬਹੁ ਨਾ ਛੱਡ ਖੇਤ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਧ ਸਿਪਾਹ ਤੁਰੰਤ ਦੁਬਾਹ ਸੋ ਸਾਜ ਸਣਾ ਦੁਰਜਾਨ ਦਲੈਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸਾਹਿਬ ਸੱਚਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਸੰਧਿਆ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਕਲਗੀਧਰ ਪਾਤਸ਼ਾਹ ਜੀ ਦੀ ਰਸਮਾਂ ਤੋਂ ਉਚਾਰਨ ਕੀਤੀ ਪਾਵਨ ਬਾਣੀ ਤਪ ਪ੍ਰਸਾਦ ਸਵਈਏ ਜਿਸ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਆਓ ਰਲ ਮਿਲ ਮਿਲੇ ਹੋਏ ਸਤ ਸੰਗਤ ਦੇ ਸਮੇਂ ਨੂੰ ਬਾਬੇ ਦੀ ਬਾਣੀ ਪੜ੍ਹ ਸੁਣ ਸਮਝ ਵਿਚਾਰ ਮਨ ਕਰ ਸਮੇਂ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਕੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸੋਈਏ ਦੇ ਸ਼ਬਦ ਨੂੰ ਸਰਵਣ ਕਰਨ ਦਾ ਯਤਨ ਕਰੀਏ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸੁਧ ਸਿਪਾਹ ਦੁਰੰਤ ਦੁਬਾਹ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਆਪਣੇ ਜੀਵਨ ਦਾ ਜੋ ਸੱਜ ਹੈ
ਜੋ ਮੇਰੇ ਬਾਬੇ ਨੇ 19 ਕੁ ਸਾਲ ਦੀ ਉਮਰ ਦੇ ਵਿੱਚ ਹੰਢਾਇਆ, ਜੋ ਦੇਖਿਆ, ਜੋ ਪਰਖਿਆ, ਉਹ ਰਾਜੇ ਦੇ ਸਨਮੁਖ ਰੱਖਦੇ ਨੇ। ਜਿੱਥੇ ਮਹਾਰਾਜ ਜੀ ਨੇ ਇਹ ਗੱਲ ਆਖੀ, ਪਹਿਲੇ ਸੋਈਏ ਦੇ ਅੰਦਰ ਸਰਾਵਕ ਸੁਧ ਸਮੂਹ ਸਿਧਾਨ ਕੇ, ਜੇਕ ਫਿਰਿਓ ਘਰ ਜੋਗ ਜਤੀ ਕੇ। ਜਿੱਥੇ ਬਾਬੇ ਨੇ ਇਹ ਗੱਲ ਆਖੀ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਔਰ ਅੱਜ ਵਾਲੀ ਸਵਈਏ ਤੋਂ ਪਹਿਲਾਂ ਮਹਾਰਾਜ ਨੇ ਬਚਨ ਕੀਤੇ ਸਨ, ਤੀਰਥ ਤਪ ਦਇਆ ਦਤਦਾਨ। ਗੁਰੂ ਗਰੀਬ ਨਵਾਜ ਜੀ ਨੇ ਬੜੇ ਪਿਆਰ ਨਾਲ ਮੇਦਨੀ ਪ੍ਰਕਾਸ਼ ਰਾਜੇ ਨੂੰ ਸਮਝਾਇਆ, ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸਿਖੈ। ਅਨੇਕਾਂ ਤੀਰਥ ਮੈਂ ਹੇ ਰਾਜੇ ਦੇਖੇ ਨੇ, ਤੀਰਥਾਂ 'ਤੇ ਨਹਾਉਣ ਵਾਲੇ ਲੋਕ ਵੀ ਦੇਖੇ ਨੇ, ਜਿਨ੍ਹਾਂ ਨੇ ਇਹੀ ਕਰਮ ਮੰਨਿਆ ਵੀ ਤੀਰਥ 'ਤੇ ਨਹਾਉਣਾ ਹੀ ਵੱਡਾ ਪੁੰਨਦਾਨ ਹੈ। ਪਰ ਸਤਿਗੁਰੂ ਜੀ ਨੇ ਅਖੀਰ ਸਵਈਏ ਦੇ ਬੜੇ ਪਿਆਰ ਨਾਲ ਸਮਝਾਇਆ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ। ਇਹ ਸਾਰਾ ਕੁਝ ਕਰਦਿਆਂ ਹੋਇਆਂ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੀ ਸਾਡੇ ਅੰਦਰ ਪ੍ਰੇਮ ਪ੍ਰੀਤ ਨਹੀਂ ਹੈ ਨਾ, ਜੇ ਤੀਰਥਾਂ 'ਤੇ ਨਹਾਉਂਦਿਆਂ ਹੋਇਆਂ ਤੇ ਉਹਨਾਂ ਤੀਰਥਾਂ 'ਤੇ ਨਹਾਉਂਦਿਆਂ ਹੋਇਆਂ ਜੇਕਰ ਅਸੀਂ ਪੂਜਾ ਪਾਠ ਦਾਨ ਪੁੰਨ ਵੀ ਕਰਦੇ ਹਾਂ ਨਾ, ਤੇ ਇਹਨੂੰ ਚੰਗਾ ਸਮਝਿਆ। ਜੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਾਡੇ ਅੰਦਰ ਨਹੀਂ ਹੈ ਤੇ ਇਹ ਸਾਰਾ ਕੁਝ ਕੀਤਾ ਹੋਇਆ ਕਿਸੇ ਲੇਖੇ ਨਹੀਂ। ਕਲਗੀਧਰ ਪਾਤਸ਼ਾਹ ਜੀ ਸਮਝਾਉਂਦੇ ਨੇ, ਸ਼੍ਰੀ ਭਗਵਾਨ ਭਜੇ ਬਿਨ ਭੂਪਤ। ਇਹ ਸਾਰਾ ਕੁਝ ਕੀਤਿਆਂ ਹੇ ਰਾਜੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਈਦਾ। ਤੇ ਅੱਜ ਦਾ ਪਾਵਨ ਸਵਈਆ ਹੈ ਸੁਧ ਸਿਪਾਹ। ਸੁਧ ਸਿਪਾਹ ਉਹ ਸਿਪਾਹੀ, ਉਹ ਸੂਰਵੀਰ ਜਿਨ੍ਹਾਂ ਨੇ ਜੰਗ ਕਰਨ ਦੇ ਤੌਰ ਤਰੀਕੇ ਜਾਂ ਸ਼ਸਤਰ ਚਲਾਉਣੇ ਸਿੱਖੇ ਹੋਏ ਨੇ ਚੰਗੀ ਤਰ੍ਹਾਂ। ਸੁਧ ਸਿਪਾਹ ਵੀ ਇੰਨੀ ਉਹਨਾਂ ਦੇ ਅੰਦਰ ਵਡੱਪਣਤਾ ਹੈ, ਇੰਨੀ ਉਹਨਾਂ ਦੇ ਅੰਦਰ ਕਹਿ ਲਈਏ ਵੀ ਫੁਰਤੀਲਾਪਣ ਹੈ ਵੀ ਜਦੋਂ ਉਹਨਾਂ ਕਿਸੇ ਵੈਰੀ ਨੂੰ ਫੜਨਾ ਹੈ ਕਿ ਤੁਰੰਤ ਦਬਾਅ ਉਸੇ ਵੇਲੇ ਦੱਬ ਲੈਂਦੇ ਨੇ। ਸੁਭਾਵਿਕ ਹੀ ਆਪਾਂ ਫੋਰਨ ਕੰਟਰੀਆਂ ਦੇ ਅੰਦਰ ਜਦੋਂ ਝਾਕ ਮਾਰਾਂਗੇ ਨਾ, ਤੇ ਜਦੋਂ ਅਮਰੀਕਾ ਦੀ ਪੁਲਿਸ ਕਹਿ ਲਈਏ ਜਾਂ ਕੈਨੇਡਾ ਦੀ ਪੁਲਿਸ ਕਹਿ ਲਈਏ, ਕਿਸੇ ਵੀ ਕੰਟਰੀ ਦੀ ਪੁਲਿਸ ਆਪਾਂ ਦੇਖਾਂਗੇ, ਉਹਨਾਂ ਜਦੋਂ ਕਿਸੇ ਨੂੰ ਪਕੜਨਾ ਹੈ ਨਾ, ਤੇ ਸੱਚਮੁੱਚ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹ ਧੌਣ ਤੇ ਗੋਡਾ ਰੱਖ ਲੈਂਦੇ ਨੇ, ਤੁਰੰਤ ਦਬਾਅ। ਕਲਗੀਧਰ ਪਾਤਸ਼ਾਹ ਆਖਦੇ ਨੇ, ਹੇ ਮੇਦਨੀ ਪ੍ਰਕਾਸ਼ ਜੀ, ਰਾਜਾ ਜੀ, ਮੈਂ ਏਡੇ ਵੱਡੇ ਵੱਡੇ ਸੂਰਮੇ ਦੇਖੇ ਨੇ ਫੁਰਤੀਲੇ, ਵੀ ਜਿਨ੍ਹਾਂ ਨੇ ਆਪਣੇ ਆਪ ਨੂੰ ਮੰਨਣ ਵਾਲਿਆਂ ਨੇ ਅਸੀਂ ਵੀ ਨਾਡੂ ਖਾਂ, ਅਸੀਂ ਵੱਡੇ ਸੂਰਬੀਰ ਹਾਂ, ਸਾਨੂੰ ਕੋਈ ਹਰਾ ਨਹੀਂ ਸਕਦਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਇੱਦਾਂ ਦੇ ਵੀ ਦੇਖੇ ਨੇ ਜਿਹੜੇ ਇੰਨੇ ਵੱਡੇ ਵੱਡੇ ਯੋਧਿਆਂ ਨੂੰ ਬੜੇ ਸਹਿਜੇ ਹੀ ਦਬਾ ਲੈਂਦੇ ਨੇ, ਉਹਨਾਂ ਨੂੰ ਜਿੱਤ ਲੈਂਦੇ ਨੇ। ਸੁਧ ਸਿਪਾਹ ਤੁਰੰਤ ਦਬਾ। ਤੇ ਅੱਗੇ ਗੁਰੂ ਪਾਤਸ਼ਾਹ ਜੀ ਬੜੇ ਪਿਆਰ ਨਾਲ ਸਾਡੇ ਅੱਗੇ ਇਹ ਵਚਨ ਰੱਖਦੇ ਹਨ, ਸੋ ਸਾਜ ਸਣਾ ਦੁਰਜਾਨ ਦਲੰਗੇ। ਕਹਿੰਦੇ ਐਸੇ ਯੋਧਿਆਂ ਦੇ ਤਨ ਦੇ ਉੱਪਰ ਨਾ ਕਵਚ ਮੜੇ ਹੋਏ ਨੇ, ਸੰਜੋਗ ਉਹਨਾਂ ਪਹਿਨੇ ਹੋਏ ਨੇ। ਆਪਾਂ ਵੀ ਦੇਖਦੇ ਕਿਸੇ ਵੇਲੇ ਜਦੋਂ ਨਿਹੰਗ ਸਿੰਘ ਦੇਖੀਏ ਨਾ ਪੂਰੇ ਬਾਣੇ ਦੇ ਅੰਦਰ, ਤੇ ਉਹਨਾਂ ਨੇ ਆਪਣੇ ਤਨ ਦੇ ਉੱਪਰ ਚੋਲੇ ਦੇ ਉੱਪਰੋਂ ਦੀ ਇੱਕ ਸੰਜੋਗ ਪਹਿਨਿਆ ਹੋਇਆ ਹੈ, ਕਵਚ ਪਹਿਨਿਆ ਹੋਇਆ ਹੈ, ਲੋਹੇ ਦੀ ਤਰ੍ਹਾਂ ਜਿਹੜਾ ਹੈ, ਹੱਥ ਵਿੱਚ ਤੀਰ ਫੜਦੇ ਨੇ, ਸ਼ਸਤਰ ਫੜਦੇ ਨੇ ਇਤਿਆਦਿ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇੱਦਾਂ ਦੇ ਸੂਰਮੇ ਵੀ ਮੈਂ ਦੇਖੇ ਨੇ ਜਿਹੜੇ ਹਰ ਸਮੇਂ ਆਪਣੇ ਤਨ ਦੇ ਉੱਪਰ ਕਵਚ ਪਹਿਨ ਕੇ ਰੱਖਦੇ ਨੇ। ਮਹਾਰਾਜ ਜੀ ਆਖਦੇ ਨੇ, ਸੋ ਸਾਜ ਸੁਨਾ ਦੁਰਜਾਨ
ਦਲੇਂਗੇ। ਜਦੋਂ ਉਹ ਮੈਦਾਨੇ ਜੰਗ ਵਿੱਚ ਜਾਂਦੇ ਨੇ ਨਾ ਤੇ ਉਹ ਫੌਜਾਂ ਨੂੰ ਭਾਜੜਾਂ ਪਾ ਦਿੰਦੇ ਨੇ। ਇੰਨੇ ਵੱਡੇ ਵੱਡੇ ਸੂਰਮੇ ਜਿਹੜੇ ਨੇ ਮੈਂ ਆਪਣੀਆਂ ਨਜ਼ਰਾਂ ਦੇ ਨਾਲ ਘੋਖੇ ਨੇ, ਦੇਖੇ ਨੇ ਜੀ। ਭਾਰੇ ਗੁਮਾਨ ਭਰੇ ਮਨ ਮੈਂ। ਆਓ ਗੁਰੂ ਜੀ ਸਾਹਮਣੇ ਰੱਖਦੇ ਨੇ ਮੇਦਨੀ ਪ੍ਰਕਾਸ਼ ਦੀ ਇੱਕ ਗੱਲ ਹੋਰ ਆ। ਕਹਿੰਦੇ ਮੈਂ ਤਾਂ ਇੱਦਾਂ ਦੇ ਵੀ ਮਹਾਨ ਸੂਰਮੇ ਦੇਖੇ ਨੇ ਜਿਨ੍ਹਾਂ ਨੂੰ ਆਪਣੇ ਆਪ ਤੇ ਮਾਣ ਹੈ ਤੇ ਮਨ ਦੇ ਅੰਦਰ ਉਹਨਾਂ ਦੇ ਗੁਮਾਨ ਹੈ, ਜਿਨ੍ਹਾਂ ਇਹ ਗੱਲ ਆਪਣੇ ਆਪ ਤੇ ਰੱਖੀ ਹੈ, ਮੰਨੀ ਹੈ ਕਿ ਵੱਡੇ ਵੱਡੇ ਪਰਬਤ ਤੇ ਖੰਭ ਲਾ ਕੇ ਉੱਡ ਸਕਦੇ ਨੇ ਪਰ ਸਾਨੂੰ ਕੋਈ ਨਹੀਂ ਹਿਲਾ ਸਕਦਾ। ਗੁਮਾਨ ਹੈ ਉਹਨਾਂ ਦੇ ਅੰਦਰ। ਉਹਨਾਂ ਨੂੰ ਮਾਣ ਹੈ ਵੀ ਅਸੀਂ ਇੰਨੇ ਵੱਡੇ ਸੂਰਬੀਰ ਹਾਂ ਵੀ ਕੋਈ ਵੀ ਆ ਜਾਏ ਹੇ ਮੇਦਨੀ ਪ੍ਰਕਾਸ਼ ਸਾਨੂੰ ਕੋਈ ਹਿਲਾ ਨਹੀਂ ਸਕਦਾ। ਪਰਬਤ ਤਾਂ ਉੱਡ ਸਕਦੇ ਨੇ, ਪਰਬਤਾਂ ਨੂੰ ਕੋਈ ਹਿਲਾ ਸਕਦਾ ਹੈ ਵੀ ਇੰਨੇ ਵੱਡੇ ਵੱਡੇ ਸੂਰਮੇ ਵੀ ਹੈ ਜਿਨ੍ਹਾਂ ਨੂੰ ਆਪਣੇ ਆਪ ਤੇ ਮਾਣ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਂ ਇੱਦਾਂ ਦੇ ਵੀ ਦੇਖੇ ਨੇ ਭਾਰੀ ਗੁਮਾਨ ਭਰੇ ਮਨ ਮੈਂ। ਮਨ ਵਿੱਚ ਉਹਨਾਂ ਦੇ ਇਹ ਮਾਣ ਇਹ ਗੁਮਾਨ ਭਰਿਆ ਪਿਆ ਹੈ। ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਕਹਿੰਦੇ ਪਰਬਤ ਨੂੰ ਪੰਖ ਲੱਗ ਸਕਦੇ ਨੇ, ਪਰਬਤ ਨੂੰ ਪੰਖ ਖੰਭ ਲੱਗ ਸਕਦੇ ਨੇ ਤੇ ਪਰਬਤ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਨੋ ਜਾ ਸਕਦਾ ਹੈ ਪਰ ਉਹ ਸੂਰਮੇ ਨੂੰ ਕੋਈ ਹਿਲਾ ਨਹੀਂ ਸਕਦਾ। ਤੋਰ ਅਰੀਨ ਮਰੂਰ ਮਵਾਸਨ। ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਆਖਿਆ ਹੋਰ ਸੁਣ ਰਾਜਨ, ਤੋਰ ਅਰੀਨ ਬੜੇ ਪਾਵਰਫੁਲ ਹਾਥੀ ਹੋਣ। ਕਹਿੰਦੇ ਐਸੇ ਵੱਡੇ ਵੱਡੇ ਹਾਥੀਆਂ ਨੂੰ, ਵੱਡੇ ਵੱਡੇ ਫੁਰਤੀਲੇ ਘੋੜਿਆਂ ਨੂੰ ਕਹਿੰਦੇ ਮੈਂ ਇੱਦਾਂ ਦੇ ਵੀ ਸੂਰਮੇ ਦੇਖੇ ਨੇ ਜਿਹੜੇ ਮਰੋੜ ਮਵਾਸਣ, ਮਰੋੜ ਦੇਣ ਵਾਲੇ ਨੇ, ਮਰੋੜ ਦੇਣ ਵਾਲੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਵੱਲ ਜਦੋਂ ਅਸੀਂ ਝਾਤ ਮਾਰਾਂਗੇ ਨਾ, ਜੇ ਬਾਬੇ ਨੇ ਐਸੇ ਸੂਰਮੇ ਦੇਖੇ ਨੇ ਨਾ ਤੇ ਆਪਣੀ ਫੌਜ ਦੇ ਵਿੱਚ ਵੀ ਪੈਦਾ ਕੀਤੇ ਨੇ ਜਿਹੜੇ ਹਾਥੀਆਂ ਨੂੰ ਦਲ ਮਲਣ ਵਾਲੇ ਨੇ, ਮਰੋੜ ਕੇ ਸੁੱਟਣ ਵਾਲੇ ਨੇ। ਉਹ ਕੌਣ ਹੈ? ਲੋਹਗੜ੍ਹ ਦਾ ਕਿਲ੍ਹਾ। ਲੋਹਗੜ੍ਹ ਦਾ ਕਿਲ੍ਹਾ 5 ਕਿਲ੍ਹੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਏ। ਘੇਰਾ ਪਿਆ ਤੇ ਆਪਣੇ ਆਪ ਨੂੰ ਬੜਾ ਮਾਣ ਹੈ ਵਜ਼ੀਰਾਂ ਨੂੰ, ਉਹਨਾਂ ਸੂਰਮਿਆਂ ਨੂੰ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਪਕੜ ਲੈਣਾ, ਫੜ ਲੈਣਾ। ਤੇ ਸਤਿਗੁਰੂ ਜੀ ਨੂੰ ਫੜਨ ਵਾਸਤੇ ਜਦੋਂ ਘੇਰਾ ਪਾਉਂਦੇ ਨੇ ਤੇ ਇੱਕ ਮਸਤੇ ਹੋਏ ਹਾਥੀ ਨੂੰ ਸਾਡੀ ਨਜ਼ਰੀ ਇਹ ਸਾਖੀ ਆ ਗਈ ਹੋਏਗੀ। ਇੱਕ ਹਾਥੀ ਨੂੰ ਸ਼ਰਾਬ ਪਿਲਾਉਂਦੇ ਨੇ, ਉਹ ਉਸ ਹਾਥੀ ਦੇ ਉੱਪਰ ਲੋਹਾ ਮੜ ਦਿੰਦੇ ਨੇ। ਇੱਦਾਂ ਕਹਿ ਲਈਏ ਵੀ ਜਿਵੇਂ ਇੱਕ ਸੂਰਬੀਰ ਆਪਣੇ ਤਨ ਤੇ ਕਵਚ ਪਹਿਨਦਾ ਨਾ, ਤੇ ਹਾਥੀ ਦੇ ਉੱਪਰ ਵੀ ਉਹਨਾਂ ਨੇ ਕਵਚ ਪਹਿਨ ਦਿੱਤਾ ਵੀ ਹਾਥੀ ਨੂੰ ਸ਼ਰਾਬ ਪਿਲਾ ਦਿੱਤੀ, ਪਾਗਲ ਕਰ ਦਿੱਤਾ ਤੇ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਤੋਰ ਦਿੱਤਾ। ਕਹਿੰਦੇ ਜਦੋਂ ਇਹ ਮਸਤਿਆ ਹੋਇਆ ਹਾਥੀ ਕਿਲ੍ਹੇ ਦੇ ਦਰਵਾਜ਼ੇ ਵਿੱਚ ਜਾ ਕੇ ਵੱਜੇਗਾ ਨਾ ਤੇ ਦਰਵਾਜ਼ਾ ਟੁੱਟ ਜਾਏਗਾ, ਅਸੀਂ ਸਾਰੀ ਫੌਜ ਅੰਦਰ ਜਾਵਾਂਗੇ ਔਰ ਜਿਉਂਦੇ ਗੁਰੂ ਨੂੰ ਪਕੜ ਲਵਾਂਗੇ। ਤੇ ਮਹਾਰਾਜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੂਰਬੀਰ ਬਹਾਦਰ ਯੋਧੇ ਨੂੰ, ਜਿਹੜਾ ਹਾਥੀਆਂ ਨੂੰ ਦਲ ਮਲਣ ਵਾਲਾ ਹੈ, ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ, ਨਾਗਣੀ ਵਰਸ਼ਾ ਦਿੱਤਾ। ਤੇ ਸਤਿਗੁਰੂ ਜੀ ਨੇ ਆਖਿਆ ਭਾਈ ਬਚਿੱਤਰ ਸਿੰਘ ਜੀ ਜਾਓ ਇਸ ਹਾਥੀ ਦਾ ਮੁਕਾਬਲਾ ਕਰਨਾ। ਰਤਾ ਭਰ ਵੀ ਉਸ ਸਿੱਖ ਨੇ ਗੁਰੂ ਦੇ ਬਚਨਾਂ ਤੋਂ ਮੂੰਹ ਨਹੀਂ ਮੋੜਿਆ, ਕਿਲ੍ਹੇ ਤੋਂ ਬਾਹਰ ਆਇਆ ਹੈ। ਤੇ ਇਤਿਹਾਸ ਦੇ ਮੁਤਾਬਕ ਕਹਿੰਦੇ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਦੇ ਵਿੱਚ ਨਾਗਣੀ ਮਾੜੀ ਦੇ ਉਲਟਾ ਕੇ ਸੁੱਟ ਦਿੱਤਾ। ਉਹ ਹਾਥੀ ਮਸਿਆ ਹੋਇਆ ਆਪਣੀਆਂ ਫੌਜਾਂ ਨੂੰ ਲਤਾੜਦਾ ਹੋਇਆ ਹੀ ਪਿੱਛੇ ਨੂੰ ਭੱਜ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਦਨੀ ਪ੍ਰਕਾਸ਼ ਐਸੇ ਰਾਜੇ ਐਸੇ ਸੂਰਬੀਰ ਮੈਂ ਦੇਖੇ ਨੇ ਜਿਹੜੇ ਤੋਰ ਅਰੀਣ ਮਰੋੜ ਮਵਾਸਣ, ਹਾਥੀਆਂ ਨੂੰ ਵੀ ਮਰੋੜ ਕੇ ਜਿਹੜੇ ਸੁੱਟਣ ਵਾਲੇ ਹਨ। ਮਤ ਮਤੰਗਨ ਮਾਨ ਮਲੈਂਗੇ।
ਮਹਾਰਾਜ ਆਖਦੇ ਨੇ ਵੀ ਇਦਾਂ ਦੇ ਉਹ ਸੂਰਮੇ ਨੇ ਜਿਹੜੇ ਝੱਟ ਦੇ ਵਿੱਚ ਪਲ ਦੇ ਵਿੱਚ ਹੀ ਮੈਲ ਦੀ ਤਰ੍ਹਾਂ ਮਲ ਕੇ ਸੁੱਟਣ ਵਾਲੇ ਜਿਹੜੇ ਨੇ ਨਾ ਵੱਡੇ ਵੱਡੇ ਯੋਧੇ, ਵੱਡੇ ਵੱਡੇ ਹਾਥੀਆਂ ਨੂੰ, ਐਸੇ ਸੂਰਮੇ ਵੀ ਮੈਂ ਦੇਖੇ ਹਨ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਅਖੀਰ ਬੜਾ ਪਿਆਰਾ ਨਿਚੋੜ ਦਿੱਤਾ। ਸੂਰਮੇ ਤੇ ਏਡੇ ਏਡੇ ਮੈਂ ਵੇਖੇ ਨੇ, ਇੰਨੇ ਪਾਵਰਫੁੱਲ ਸੂਰਮੇ ਜਿਨ੍ਹਾਂ ਨੂੰ ਆਪਣੇ ਆਪ ਤੇ ਮਾਣ ਹੈ ਵੀ ਸਾਨੂੰ ਕੋਈ ਹਿਲਾ ਨਹੀਂ ਸਕਦਾ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਅਖੀਰ ਨੂੰ ਪਤਾ ਕੀ ਹੋਇਆ, ਰੱਬ ਦੀ ਬੰਦਗੀ ਤੋਂ ਬਿਨਾਂ, ਉਸ ਰੱਬ ਦੀ ਜਾਤ ਤੋਂ ਬਿਨਾਂ, ਉਸ ਰੱਬ ਦੇ ਗੁਣਾਂ ਤੋਂ ਬਿਨਾਂ, ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ, ਉਹਦੀ ਕਿਰਪਾ ਤੋਂ ਬਿਨਾਂ ਤਾਂ ਕੀ ਹੋਇਆ, ਤਿਆਗ ਛੱਡ ਗਏ। ਕਿਹਨੂੰ ਛੱਡ ਗਏ ਨੇ? ਏਡੇ ਵੱਡੇ ਵੱਡੇ ਯੋਧੇ ਜਿਹੜੇ ਹਾਥੀਆਂ ਨੂੰ ਮਲਣ ਵਾਲੇ ਨੇ, ਜਿਨ੍ਹਾਂ ਨੂੰ ਆਪਣੇ ਆਪ ਤੇ ਬੜਾ ਮਾਣ ਹੈ, ਉਹ ਯੋਧੇ ਕੀ ਛੱਡ ਗਏ ਨੇ? ਤਿਆਗ ਜਹਾਨ, ਜਹਾਨ ਨੂੰ ਛੱਡ ਗਏ। ਤਿਆਗ ਜਹਾਨ ਨਿਧਾਨ ਚੱਲਣਗੇ, ਚੱਲ ਗਏ ਨੇ ਸੰਸਾਰ ਦੇ ਵਿੱਚੋਂ। ਪਰ ਚੇਤਾ ਰੱਖਿਓ, ਜਿਹੜੇ ਸੂਰਮੇ ਹੋਏ ਤੇ ਯਾਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀਤਾ। ਸੂਰਮੇ ਹੋਏ ਬਚਿੱਤਰ ਸਿੰਘ ਵਰਗੇ, ਸੂਰਮੇ ਹੋਏ ਹਰੀ ਸਿੰਘ ਨਲੂਆ ਵਰਗੇ, ਸੂਰਮੇ ਹੋਏ ਧੰਨ ਬਾਬਾ ਦੀਪ ਸਿੰਘ ਮਹਾਰਾਜ ਵਰਗੇ। ਤੇ ਜੇ ਐਸੇ ਗੁਰਸਿੱਖਾਂ ਨੇ, ਐਸੇ ਪਿਆਰਿਆਂ ਨੇ ਗੁਰੂ ਨੂੰ ਵਿਸਾਰਿਆ ਨਹੀਂ ਨਾ, ਯੋਧਿਆਂ ਹੁੰਦਿਆਂ ਹੋਇਆਂ ਵੀ ਉਹ ਸੰਸਾਰ ਵਿੱਚੋਂ ਭਾਵੇਂ ਸਰੀਰਕ ਤੌਰ ਤੇ ਚਲੇ ਗਏ ਨੇ, ਪਰ ਲੋਕ ਯਾਦ ਕਰਦੇ ਨੇ। ਅੱਜ ਅਸੀਂ ਯਾਦ ਕਰਦੇ ਹਾਂ, ਉਹ ਜਿੰਦਾ ਸ਼ਹੀਦ ਨੇ। ਮੇਰੇ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਨੇ ਆਓ ਅਸੀਂ ਸਾਰਾ ਕੁਝ ਮਾਣਦਿਆਂ ਹੋਇਆਂ, ਜੇਕਰ ਸਾਡੇ ਕੋਲ ਵਜ਼ੀਰੀਆਂ ਨੇ, ਜੇਕਰ ਅਸੀਂ ਸਾਰੇ ਤੀਰਥਾਂ ਤੇ ਜਾਂਦੇ ਹਾਂ, ਦਾਨ ਪੁੰਨ ਕਰਦੇ ਹਾਂ, ਆਪਣੇ ਮਾਲਕ ਦੀ ਜਾਤ ਤੋਂ ਬਿਨਾਂ ਕੁਝ ਵੀ ਨਾ ਕਰੀਏ, ਉਹਦੇ ਗੁਣਾਂ ਤੋਂ ਬਿਨਾਂ ਅਸੀਂ ਕੁਝ ਵੀ ਨਾ ਕਰੀਏ। ਜਿਵੇਂ ਅਕਾਲ ਪੁਰਖ ਸਾਨੂੰ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਨਾ, ਉਵੇਂ ਅਸੀਂ ਚੱਲੀਏ। ਮੰਨਣਾ ਪਏਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਕੱਲਾ ਪੜ੍ਹਿਆ ਹੀ ਸਰਨਾ ਨਹੀਂ ਹੈ, ਸਾਨੂੰ ਮੰਨਣਾ ਵੀ ਪੈਣਾ ਹੈ। ਗੁਰੂ ਬਾਬਾ ਜੋ ਤੇਰੀ ਬਾਣੀ ਦੇ ਅੰਦਰ ਹੈ ਨਾ, ਉਹ ਸਾਡੀ ਜ਼ਿੰਦਗੀ ਦੇ ਅੰਦਰ ਵੀ ਆ ਜਾਏ। ਆਓ ਅਗਲਾ ਸਵਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਦਨੀ ਪ੍ਰਕਾਸ਼ ਨੂੰ ਸੰਬੋਧਿਤ ਕਰਦੇ ਹੋਏ, ਮੁਖਾਤਬ ਕਰਦੇ ਹੋਏ ਬੜੇ ਪਿਆਰ ਨਾਲ ਉਹਨੂੰ ਸਮਝਾਉਂਦੇ ਹਨ। ਵੀਰ ਅਪਾਰ ਬੜੇ ਬਰਿਆਰ। ਮਹਾਰਾਜ ਫੇਰ ਸੂਰਮਿਆਂ ਦੀ ਗੱਲ ਕਰਦੇ ਨੇ। ਗੁਰੂ ਸੂਰਮਾ ਹੈ ਤੇ ਆਪਾਂ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੇ ਵਰਗਾ ਸੂਰਮਾ ਇਸ ਸੰਸਾਰ ਅੰਦਰ ਦੂਜਾ ਕੋਈ ਅਜੇ ਦੇਖਿਆ ਨਹੀਂ ਨਜ਼ਰਾਂ ਨਾਲ। ਸੂਰਮ ਗਤੀ ਵਿਖਾਉਂਦਿਆਂ ਹੋਇਆਂ ਵੀ ਬਾਬਾ ਤੇਰੇ ਅੰਦਰ ਨਿਮਰਤਾ ਪੈਦਾ ਹੋ ਜਾਂਦੀ ਹੈ। ਸਤਿਗੁਰੂ ਬੜਾ ਵੱਡਾ ਸੂਰਮਾ ਹੈ, ਪਰ ਸੂਰਮਾ ਹੁੰਦਿਆਂ ਹੋਇਆਂ ਵੀ ਤੇਰੇ ਅੰਦਰ ਨਿਮਰਤਾ ਹੈ। ਜੇਕਰ ਤੇਰੇ ਚਰਨਾਂ ਦੇ ਵਿੱਚ ਪੈਂਦੇ ਖਾਂ ਵਰਗਾ ਵੀ ਆਉਂਦਾ ਇਹਨਾਂ ਤੇ ਬਾਬਾ ਘੁੱਟ ਕੇ ਗਲ ਵਕੜੀ ਦੇ ਵਿੱਚ ਆਪਣੀ ਪਿਆਰੀ ਨਿਮਰਤਾ ਵਾਲੀ ਦ੍ਰਿਸ਼ਟੀ ਦੇਖ ਕੇ ਉਹਨੂੰ ਗਲ ਨਾਲ ਲਾ ਲੈਂਦਾ ਹੈ। ਐਸਾ ਸਤਿਗੁਰੂ ਹੈ ਸਾਡਾ। ਤੇ ਮਹਾਰਾਜ ਆਖਦੇ ਨੇ, ਕਹਿੰਦੇ ਵੀਰ ਅਪਾਰ ਵੱਡੇ ਬਰਿਆਰ। ਸਤਿਗੁਰੂ ਜੀ ਆਖਦੇ ਨੇ ਬੜੇ ਬਲ ਵਾਲੇ ਯੋਧੇ, ਬੜੇ ਫੁਰਤੀਲੇ, ਵੀਰ ਅਪਾਰ, ਵੀਰ ਆਸਨ ਕਹਿ ਲਓ ਰੱਖਣ ਵਾਲੇ, ਵੀਰਤਾ ਦੇ ਵਿੱਚ ਰਹਿਣ ਵਾਲੇ, ਸੂਰਮ ਗਤੀ ਨੂੰ ਸਦਾ ਚੇਤੇ ਰੱਖਣ ਵਾਲੇ, ਕਦੇ ਵੀ ਨਾ ਡੋਲਣ ਵਾਲੇ। ਸਤਿਗੁਰੂ ਜੀ ਕਹਿੰਦੇ ਐਸੇ ਵੀ ਮੈਂ ਯੋਧੇ ਜਿਹੜੇ ਨੇ ਉਹ ਵੱਡੇ ਵੱਡੇ ਦੇਖੇ ਹਨ। ਵਿਚਾਰ ਹੈ ਸਾਰ ਕੇ ਧਾਰ ਪਛਈਆ। ਕਹਿੰਦੇ ਨੇ ਦੇਖੋ ਜੀ, ਅਬਚਾਰ ਹੈ ਸਾਰ ਕੀ ਧਾਰ ਪਛਈਆ। ਮਹਾਰਾਜ ਕਹਿੰਦੇ ਨੇ ਜੇ ਐਸੇ ਯੋਧਿਆਂ ਦੀ ਵਿਚਾਰ ਕਰਕੇ ਦੇਖੀਏ ਨਾ, ਉਹਨਾਂ ਵੱਲ ਨਜ਼ਰ ਮਾਰੀਏ, ਤੇ ਉਹ ਵੱਡੇ ਵੱਡੇ ਯੋਧੇ ਜਿਹੜੇ ਨੇ ਨਾ ਅੰਤ ਨੂੰ ਇਸ ਸੰਸਾਰ ਵਿੱਚੋਂ ਕੂਚ ਕਰ ਜਾਂਦੇ ਨੇ। ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ, ਆਪਣੇ ਆਪ ਨੂੰ
ਜੰਗੇ ਮੈਦਾਨ ਵਿੱਚ ਲੈ ਕੇ ਜਾਣ ਵਾਲੇ, ਆਪਣਾ ਆਪ ਪੱਖ ਰੱਖਣ ਵਾਲੇ ਜਿਹੜੇ ਯੋਧੇ ਨੇ ਨਾ, ਉਹ ਕਿਸੇ ਕੋ ਡਰਦੇ ਨਹੀਂ, ਮੁਕਾਬਲਾ ਕਰਦੇ ਨੇ ਡਟ ਕੇ ਹੋਏ। ਕਿਉਂਕਿ ਐਸੇ ਸੂਰਮਿਆਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੂਰਮੇ ਆਖਿਆ ਕਿ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਉਹ ਲੜਦੇ ਹੋਏ ਜੰਗ ਮੈਦਾਨ ਨੂੰ ਛੱਡਦੇ ਨਹੀਂ, ਪਿੱਠ ਦਿਖਾ ਕੇ ਨਹੀਂ ਭੱਜਦੇ, ਸੂਰਮ ਗਤੀ ਦੇ ਨਾਲ ਲੜਦੇ ਨੇ। ਤੇ ਐਸੇ ਯੋਧੇ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਵੀ ਦੇਖੇ ਹਨ। ਤੋਰਤ ਦੇਸ ਮਲਿੰਦ ਮਵਾਸਨ, ਕਹਿੰਦੇ ਏਡੇ ਯੋਧੇ ਦੇਖੇ ਨੇ ਵੀ ਤੋਰਤ ਦੇਸ਼, ਤੋਰਤ ਦਾ ਅਰਥ ਹੈ ਜੀ ਤੋੜਨਾ, ਜਿਹੜੇ ਵੱਡੇ ਵੱਡੇ ਦੇਸ਼ਾਂ ਨੂੰ ਵੀ ਤੋੜਨ ਵਾਲੇ ਨੇ ਸੂਰਮੇ ਨੇ। ਵੀ ਦੇਸ਼ ਇਕੱਠੇ ਸੀ, ਇੱਦਾਂ ਕਹਿ ਲਈਏ ਨਫ਼ਰਤ ਦੀ ਅੱਗ ਨੇ ਜਿਵੇਂ ਅਲੱਗ-ਅਲੱਗ ਦੇਸ਼ ਕਰ ਦਿੱਤੇ ਨਾ, ਸੋਹਣੀਆਂ ਸੋਹਣੀਆਂ ਕੰਟਰੀਆਂ ਦੇ ਅੰਦਰ, ਸਵਰਗ ਵਰਗੀਆਂ ਕੰਟਰੀਆਂ ਦੇ ਅੰਦਰ ਵੀ ਜਦੋਂ ਨਫ਼ਰਤ ਭਰੇ ਲੋਕ ਪੈਦਾ ਹੋ ਜਾਂਦੇ ਨੇ ਨਾ, ਉਹ ਉੱਥੇ ਵੀ ਵੰਡ ਪਾ ਦਿੰਦੇ ਨੇ। ਪੰਜਾਬ ਦੇਸ਼ ਜਿੱਥੇ ਵੰਡਿਆ ਗਿਆ, ਉੱਥੇ ਬੰਗਲਾਦੇਸ਼ ਪੰਜਾਬ ਨਾਲੋਂ ਵੀ ਅਲੱਗ ਹੋ ਗਿਆ। ਸਤਿਗੁਰੂ ਜੀ ਆਖਦੇ ਨੇ ਏਡੇ ਵੱਡੇ ਯੋਧੇ ਮੈਂ ਦੇਖੇ ਨੇ ਜਿਹੜੇ ਤੋਰਤ ਦੇਸ਼ ਮਲਿੰਦ ਮਵਾਸਣ, ਵੱਡੇ ਵੱਡੇ ਦੇਸ਼ਾਂ ਨੂੰ ਤੋੜ ਕੇ ਮਿੱਟੀ ਦੇ ਵਿੱਚ ਜਿਹੜੇ ਮਿਲਾਉਣ ਵਾਲੇ ਹਨ। ਮਤ ਗਜਾਨਕ ਮਾਨ ਮਲਈਆ, ਕਹਿੰਦੇ ਉਹਨਾਂ ਅੰਦਰ ਇੰਨਾ ਮਾਣ ਹੈ ਵੀ ਇੰਨਾ ਉਹਨਾਂ ਅੰਦਰ ਬਲ ਹੈ ਵੀ ਵੱਡੇ ਵੱਡੇ ਦੇਸ਼ਾਂ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ ਹੈ। ਗੜ ਗੜਾਨ ਕੋ ਤੋੜਨ ਹਾਰ, ਸਤਿਗੁਰੂ ਜੀ ਆਖਦੇ ਨੇ ਵੀ ਇੰਨੇ ਵੱਡੇ ਯੋਧੇ ਦੇਖੇ ਨੇ, ਗੜ ਗੜਾਉਣ ਕਿਲੇ, ਵੱਡੇ ਵੱਡੇ ਜਿਹੜੇ ਕਿਲੇ ਰਾਜੇ ਬਣਾਉਂਦੇ ਨੇ। ਤੇ ਪਹਿਲਾਂ ਅਰਜ਼ ਕੀਤੀ ਰਾਜਨ ਕੇ ਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਿਲੇ ਬਣਾਏ। ਰਾਜੇ ਕਿਲੇ ਹੀ ਬਣਾਉਂਦੇ ਨੇ, ਤੇ ਬਾਬਾ ਸਾਡਾ ਤੇ ਮਹਾਰਾਜਾ ਹੈ ਨਾ, ਬਾਬੇ ਨੇ ਵੀ ਕਿਲੇ ਬਣਾਏ। ਇਹ ਰਾਜੇ ਆਖਦੇ ਸੀ ਔਰੰਗਜ਼ੇਬ ਵਰਗੇ, ਅਸੀਂ ਤਖਤ ਤੇ ਬੈਠੇ ਹਾਂ, ਕੋਈ ਹੋਰ ਨਹੀਂ ਬੈਠ ਸਕਦਾ। ਜਹਾਂਗੀਰ ਵਰਗੇ ਸੋਚਦੇ ਨੇ ਅਸੀਂ ਘੋੜੇ ਤੇ ਚੜ੍ਹਦੇ ਹਾਂ, ਕੋਈ ਹੋਰ ਘੋੜੇ ਤੇ ਨਹੀਂ ਚੜ੍ਹ ਸਕਦਾ। ਅਸੀਂ ਕਲਗੀ ਲਾਉਣੇ ਆ, ਕੋਈ ਹੋਰ ਕਲਗੀ ਨਹੀਂ ਲਾ ਸਕਦਾ। ਅਸੀਂ ਬਾਜ ਰੱਖਦੇ ਹਾਂ, ਕੋਈ ਹੋਰ ਬਾਜ ਨਹੀਂ ਰੱਖ ਸਕਦਾ। ਸਾਡੇ ਸਿਰ ਤੇ ਛਤਰ ਝੁੱਲਦੇ ਨੇ, ਕੋਈ ਹੋਰ ਨਹੀਂ ਝੁਲਾ ਸਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਆਖਿਆ ਅਸੀਂ ਵੀ ਤਖਤ ਬਣਾਵਾਂਗੇ, ਤੇ ਬਾਬੇ ਨੇ ਬਣਾਇਆ ਸ਼੍ਰੀ ਅਕਾਲ ਤਖਤ ਸਾਹਿਬ। ਫੈਸਲੇ ਹੁੰਦੇ ਨੇ ਲੋਕਾਂ ਦੇ ਉੱਥੇ, ਭਾਵੇਂ ਕਿ ਅੱਜ ਸਾਡੀ ਕੌਮ ਨੇ ਉਸ ਬਾਪੂ ਦੇ ਬਣਾਏ ਹੋਏ ਪਿਆਰੇ ਤਖਤ ਨੂੰ ਰਾਜਨੀਤਾਂ ਦੀ ਝੋਲੀ ਵਿੱਚ ਪਾ ਦਿੱਤਾ ਤੇ ਉਹਨਾਂ ਦੇ ਮੁਤਾਬਕ ਫੈਸਲੇ ਕਰਦੇ ਨੇ ਨਾ। ਪਰ ਮੇਰੇ ਸਤਿਗੁਰੂ ਜੀ ਫੈਸਲੇ ਕਰਦੇ ਨੇ ਉੱਥੇ। ਪਿਆਰ ਵਾਲੇ ਗੁਰਸਿੱਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਵੀ ਰੱਖੇ ਨੇ, ਸ਼ਸਤਰ ਵੀ ਰੱਖੇ ਨੇ, ਤੇ ਆਪਣੇ ਸਿੱਖਾਂ ਨੂੰ ਆਖਿਆ ਤੁਸੀਂ ਸ਼ਸਤਰ ਰੱਖੋ, ਘੋੜੇ ਰੱਖੋ। ਤੁਸੀਂ ਜੇਕਰ ਇੱਥੇ ਕੁਝ ਭੇਟਾ ਕਰਨ ਵਾਸਤੇ ਆਉਣਾ ਨਾ, ਸਾਨੂੰ ਮਾਇਆ ਦੀ ਲੋੜ ਨਹੀਂ, ਸ਼ਸਤਰ ਲੈ ਕੇ ਆਓ, ਸੋਹਣੀ ਸੋਹਣੀ ਨਸਲ ਦੇ ਘੋੜੇ ਭੇਟਾ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਖੱਤ ਲੈ ਕੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸਿੱਖਾਂ ਕੋਲ ਭੇਜਦੇ ਨੇ। ਸਤਿਗੁਰੂ ਜੀ ਚਿੱਠੀਆਂ ਹੁਕਮਨਾਮੇ ਦੇ ਰੂਪ ਵਿੱਚ ਵੀ ਸਿੱਖੋ, ਹੁਣ ਜੇ ਤੁਸੀਂ ਆਏ ਹੋ ਨਾ ਤੇ ਆਉਣ ਲੱਗੇ ਦਸਵੰਧ ਜੇ ਲੈ ਕੇ ਆਉਣਾ ਹੈ, ਸ਼ਸਤਰ ਤੇ ਘੋੜੀ ਲੈ ਕੇ ਆਇਓ। ਦੇਖੋ ਸਮੇਂ ਦੇ ਮੁਤਾਬਕ ਜਿਵੇਂ ਜਿਵੇਂ ਸਮਾਂ ਚੱਲਦਾ ਹੈ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ਮੁਤਾਬਕ ਸਿੱਖਾਂ ਨੂੰ ਦਸਵੰਧ ਕੱਢਣ ਦੀ ਪ੍ਰੇਰਨਾ ਕੀਤੀ, ਤੇ ਸਾਨੂੰ ਵੀ ਬਦਲ ਜਾਣਾ ਚਾਹੀਦਾ। ਅਸੀਂ ਗੁਰਦੁਆਰਿਆਂ ਸਾਹਿਬ ਦੀਆਂ ਕੰਧਾਂ ਚਿੱਟੀਆਂ ਕਰ ਦਿੰਦੇ, ਪਰ ਆਪ ਕਾਲੇ ਦੇ ਕਾਲੇ ਰਹਿੰਦੇ, ਮਾਫ ਕਰਿਓ ਵਾਹਿਗੁਰੂ। ਅਸੀਂ ਦਸਵੰਧ ਕੱਢਦੇ। ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੇ ਮੁਤਾਬਕ ਦਸਵੰਧ ਦੀ ਰੂਪ ਰੇਖਾ ਬਦਲ ਦਿੱਤੀ ਵੀ ਜਦੋਂ ਮਾਇਆ ਦੀ ਲੋੜ ਹੈ ਸਿੱਖ ਮਾਇਆ ਲੈ ਕੇ ਆਵੇ, ਰਸਤਾਂ ਦੀ ਲੋੜ ਹੈ ਰਸਤ ਲੈ ਕੇ ਆਵੇ, ਪਰ ਜਦੋਂ ਘੋੜਿਆਂ ਦੀ ਲੋੜ ਹੈ ਨਾ, ਉਦੋਂ ਘੋੜੇ ਲੈ ਕੇ ਆਉਣ, ਸ਼ਸਤਰਾਂ ਦੀ ਲੋੜ ਹੈ ਤੇ ਸ਼ਸਤਰ ਲੈ ਕੇ ਆਉਣ। ਬਾਬੇ ਨੇ ਦਸਵੰਧ ਦੀ ਰੂਪ ਰੇਖਾ ਚੇਂਜ ਕੀਤੀ, ਪਰ ਅਸੀਂ ਬੈਠੇ ਹੋਏ ਰਾਜ ਗੱਦੀਆਂ ਤੇ ਇਹੀ ਚਾਹੁੰਦੇ ਕਿ ਸਾਨੂੰ ਮਾਇਆ ਦੀ ਭੁੱਖ ਹੈ ਤੇ ਮਾਇਆ ਆਈ ਜਾਏ, ਕੰਧਾਂ ਚਿੱਟੀਆਂ ਕਰੀ ਜਾਈਏ, ਆਪ ਭਾਵੇਂ ਅਸੀਂ ਜਿੱਦਾਂ ਮਰਜ਼ੀ ਰਹੀਏ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਵੀ ਚਟਿਆਂ ਕਰਦੀ ਆ, ਸਾਡੇ ਅੰਦਰੋਂ ਮੈਲ ਕੱਢ ਕੇ ਦੂਰ ਸੁੱਟ ਦਿੰਦੀ ਹੈ। ਪਰ ਸੁੱਟਦੀ ਉਦੋਂ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੱਤ ਕਰਕੇ ਮੰਨ ਲਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ, ਹੇ ਰਾਜਨ, ਮੈਂ ਐਸੇ ਸੂਰਮੇ ਦੇਖੇ ਨੇ ਜਿਹੜੇ ਵੱਡੇ ਵੱਡੇ ਕਿਲਿਆਂ ਨੂੰ ਤੋੜਨ ਵਾਲੇ ਹਨ। ਸੋ ਬਾਤ ਨਹੀਂ ਚੱਕ ਚਾਰ ਲਵਈਆ। ਕਹਿੰਦੇ ਜਿਹੜੇ ਇਹ ਗੱਲ ਆਖਦੇ ਨੇ, ਸੋ ਬਾਤਨ, ਜਿਹੜੇ ਇਹ ਗੱਲ ਆਖਦੇ ਨੇ, ਅਸੀਂ ਜੇਕਰ ਚੌਂ ਪਾਸੀ ਜਾਈਏ ਨਾ, ਚਾਰੇ ਦਿਸ਼ਾ ਵੱਲ ਜਾਈਏ ਤੇ ਚਾਰੇ ਦਿਸ਼ਾ ਨੂੰ ਹੀ ਅਸੀਂ ਜਿੱਤ ਸਕਦੇ ਹਾਂ। ਕਹਿੰਦੇ ਏਡੇ ਵੱਡੇ ਵੱਡੇ ਸੂਰਮੇ ਮੈਂ ਦੇਖੇ ਨੇ ਰਾਜਨ, ਸੋ ਬਾਤਨ ਹੀ ਚੱਕ ਚਾਰ ਲਵਈਆ। ਚਾਰੇ ਦਿਸ਼ਾ ਨੂੰ ਅਸੀਂ ਚੱਕ ਸਕਦੇ ਹਾਂ, ਜਿੱਤ ਸਕਦੇ ਹਾਂ। ਪਰ ਸਤਿਗੁਰੂ ਜੀ ਆਖਦੇ ਨੇ, ਮੇਦਨੀ ਪ੍ਰਕਾਸ਼, ਕੰਮ ਦੀ ਗੱਲ ਤੈਨੂੰ ਮੈਂ ਹੁਣ ਦੱਸਦਾ ਹਾਂ। ਸਾਹਿਬ ਸਿਰ ਸਭ ਕੋ ਸਿਰ ਨਾਇਕ। ਸਾਹਿਬ ਸ੍ਰੀ, ਸ੍ਰੀ ਦਾ ਅਰਥ ਹੈ ਮਾਇਆ। ਮਾਇਆ ਦਾ ਪਤੀ ਕੌਣ ਹੈ? ਅਕਾਲ ਪੁਰਖ ਵਾਹਿਗੁਰੂ, ਇੱਕ ਓੰਕਾਰ ਮਾਇਆ ਦਾ ਪਤੀ ਹੈ। ਕਹਿੰਦੇ ਨੇ ਉਹ ਸਾਹਿਬ ਮੇਰਾ ਜਿਹੜਾ ਮਾਇਆ ਤੋਂ ਉੱਪਰ ਹੈ, ਜਿਸ ਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਮਹਾਰਾਜ ਆਖਦੇ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਸਿਰ ਨਾਇਕ, ਨਾਇਕ ਦਾ ਅਰਥ ਹੈ ਹੀਰੋ, ਜਿਹੜਾ ਸਾਰਿਆਂ ਦੇ ਉੱਪਰ ਹੀਰੋ ਹੈ। ਉਹ ਕੌਣ ਹੈ? ਮੇਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਰਿਆਂ ਤੋਂ ਉੱਪਰ ਨਾਇਕ, ਉਸ ਵਰਗਾ ਕੋਈ ਹੋਰ ਦੂਜਾ ਹੈ ਨਹੀਂ। ਕਹਿੰਦੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਤੇ ਅਖੀਰਲੀ ਪੰਕਤੀ ਅੰਦਰ ਗੁਰੂ ਬਾਬੇ ਨੇ ਬੜੇ ਪਿਆਰ ਨਾਲ ਮੇਦਨੀ ਪ੍ਰਕਾਸ਼ ਰਾਜੇ ਨੂੰ ਪੌਂਟਾ ਸਾਹਿਬ ਦੀ ਧਰਤੀ ਤੇ ਸਮਝਾਉਣਾ ਕੀਤਾ ਹੈ। ਜਾਚਕ ਅਨੇਕ ਸੋ ਏਕ ਦਿਵਈਆ। ਐਸੇ ਮਾਇਆ ਦੇ ਪਤੀ ਦੇ ਦਰ ਤੇ ਅਸੀਂ ਸਾਰੇ ਜਾਚਕ ਹਾਂ। ਜਾਚਕ ਦਾ ਅਰਥ ਹੁੰਦਾ ਜੀ ਭਿਖਾਰੀ। ਹੇ ਰੱਬ ਜੀ, ਹੇ ਗੁਰੂ ਜੀ, ਪੂਰੀ ਕਾਇਨਾਤ ਕੁਦਰਤ ਤੇਰੇ ਦਰ ਦੀ ਭਿਖਾਰੀ ਹੈ। ਜਾਚਕ, ਜਾਚਕ ਅਨੇਕ, ਇੱਕ ਨਹੀਂ ਦੋ ਨਹੀਂ, ਅਨੇਕ ਭਾਵ ਅਨੇਕਾਂ ਹੀ। ਅਸੀਂ ਸਾਰੇ ਤੇਰੇ ਦਰ ਤੇ ਆ ਕੇ ਮੰਗਦੇ ਹਾਂ। ਹਮ ਭੀਖਕ ਭਿਖਾਰੀ ਤੇਰੇ। ਅਸੀਂ ਭਿਖਿਆ ਮੰਗਣ ਵਾਲੇ, ਜਿਹੜਾ ਭਿਖਿਆ ਮੰਗਣ ਵਾਲਾ ਹੋਵੇ ਨਾ, ਉਹਨੂੰ ਭਿਖਾਰੀ ਕਹਿੰਦੇ ਨੇ। ਮੰਗਦਾ ਹੋਵੇ ਜਿਹੜਾ, ਤੇ ਜਿਹੜਾ ਦੇਣ ਵਾਲਾ ਹੋਵੇ ਉਹ ਦਾਤਾ ਹੁੰਦਾ। ਸਾਨੂੰ ਸਮਝ ਲੈਣਾ ਚਾਹੀਦਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ, ਗੁਰੂ ਨਾਨਕ ਸਾਹਿਬ ਜੀ ਦੇ ਘਰ ਕੁਝ ਦੇ ਨਹੀਂ ਸਕਦੇ, ਕਿਉਂਕਿ ਅਸੀਂ ਤੇ ਪਹਿਲਾਂ ਹੀ ਉਹਦੇ ਕੋਲੋਂ ਲਿਆ ਹੋਇਆ। ਤੇ ਅਸੀਂ ਜਿਹਦੇ ਕੋਲੋਂ ਲਈਏ ਤੇ ਉਹਨੂੰ ਵਾਪਸ ਕਰੀਏ ਤੇ ਇਹ ਥੋੜ੍ਹੀ ਕਹਿ ਸਕਦੇ ਵੀ ਅਸੀਂ ਦਾਤੇ ਹੋ ਗਏ। ਸਾਨੂੰ ਕਾਹਲ ਹੁੰਦੀ ਹੈ ਵੀ ਭਾਈ ਜੋ ਕੁਝ ਅਸੀਂ ਗੁਰਦੁਆਰੇ ਦਿੱਤਾ ਨਾ, ਸਾਡਾ ਨਾਮ ਮੂਹਰੇ ਹੋਣਾ ਚਾਹੀਦਾ। ਇਹਦਾ ਮਤਲਬ ਤੂੰ ਦਾਤਾ ਨਹੀਂ। ਨਹੀਂ, ਦਾਤਾ ਤੇ ਦੱਦਾ, ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਸਾਰਿਆਂ ਨੂੰ ਦਾਤਾ ਦੇਣ ਵਾਲਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੂੰ ਅਸੀਂ ਇਹ ਆਖਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ, ਉਹ ਦਾਤਾ ਮੈਨੂੰ ਵਿਸਰੇ ਨਾ, ਮੈਨੂੰ ਭੁੱਲੇ ਨਾ। ਉਹ ਦਾਤਾ ਕਦੇ ਮੈਨੂੰ ਭੁੱਲੇ ਨਾ। ਤੇ ਮੈਂ ਦਾਤਾ ਕਦੋਂ ਕਦਾ ਹੋ ਗਿਆ? ਆਪਣੀ ਮਿਲੀ ਹੋਈ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਵਿੱਚੋਂ ਕੁਝ ਦਿੱਤਾ ਨਾ, ਦਸਵੰਧ ਕੱਢਿਆ ਤੇ ਮੈਂ ਚੌਧਰੀ ਬਣ ਕੇ ਬੈਠ ਗਿਆ ਵੀ ਮੈਂ ਹੀ ਚਲਾ ਰਿਹਾ, ਮੈਂ ਹੀ ਚਲਾ ਰਿਹਾ, ਮੇਰੇ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਭੁਲੇਖਾ, ਕਿੱਡਾ ਵੱਡਾ ਭੁਲੇਖਾ ਸਾਡੀ ਇਹ ਮੱਤ ਦਾ। ਗੁਰੂ ਗਰੀਬ ਨਵਾਜ ਜੀ ਆਖਦੇ ਨੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸਾਰੀਆਂ ਦਾਤਾ ਦੇਣ ਵਾਲਾ ਤੂੰ ਦਾਤਾ ਹੈ, ਤੇਰੇ ਤੋਂ ਬਿਨਾਂ ਕੋਈ ਹੋਰ ਦਾਤਾ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ, ਹੇ ਰਾਜਨ,
ਤੂੰ ਤੇ ਮੈਂ ਅਸੀਂ ਸਾਰੇ ਹੀ ਜਾਚਕ ਅਨੇਕ, ਸੋ ਏਕ ਦਵਈਆ। ਦਾਤਾ ਦੇਣ ਵਾਲਾ ਇੱਕ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਤੇ ਅਸੀਂ ਸਾਰੇ ਹੀ ਉਸ ਦੇ ਦਰ ਤੇ ਮੰਗਦੇ ਹਾਂ। ਭਾਵੇਂ ਆਪਣੇ ਮਨ ਦੇ ਵਿੱਚ ਮਾਣ ਰੱਖਣ ਵਾਲਾ ਸੂਰਮਾ ਵੀ ਕਿਉਂ ਨਾ ਹੋਵੇ, ਜੇਕਰ ਉਹ ਵੀ ਬਲ ਵਾਲਾ ਹੈ ਨਾ, ਜੇਕਰ ਸੂਰਮਾ ਵੀ ਬਲ ਵਾਲਾ ਹੈ ਨਾ, ਤੇ ਉਹ ਵੀ ਉਸ ਕਰਤੇ ਨੂੰ ਗਾਉਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਗਾਵੇ ਕੋ ਤਾਣ, ਜ਼ੋਰ ਵਾਲਾ, ਤਾਣ ਵਾਲਾ, ਬਲ ਵਾਲਾ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਜੇ ਕਿਸੇ ਦੇ ਅੰਦਰ ਬਲ ਹੈ ਨਾ, ਗਾਉਂਦਾ ਉਹ ਵੀ ਉਹਨੂੰ ਹੀ ਹੈ। ਗਾਉਣਾ ਅਰਥ ਕੀ ਹੈ? ਵੀ ਉਹਦੀ ਰਜ਼ਾ ਵਿੱਚ ਚੱਲਣਾ, ਉਹਦੇ ਭਾਣੇ ਤੋਂ ਬਿਨਾ ਤੇ ਆਪਾਂ ਆਖਦੇ ਪੱਤਾ ਵੀ ਨਹੀਂ ਹਿੱਲ ਸਕਦਾ। ਰਜ਼ਾ ਤੋਂ ਬਿਨਾ, ਤੇ ਉਹਦੀ ਰਜ਼ਾ ਨੂੰ ਸਮਝ ਲਈਏ। ਉਹਦੀ ਰਜ਼ਾ ਕੀ ਹੈ? ਹੁਕਮ ਰਜ਼ਾਈ ਚੱਲਣਾ। ਰਜ਼ਾ ਉਹਦੀ ਕੀ ਹੈ? ਉਹਦੇ ਹੁਕਮ ਵਿੱਚ ਚੱਲਣਾ। ਤੇ ਜੇ ਉਹਦੇ ਹੀ ਹੁਕਮ ਵਿੱਚ ਚੱਲਣਾ, ਫਿਰ ਮੈਂ ਆਪਣੇ ਅੰਦਰ ਮਾਣ ਕਾਹਤੋਂ ਟਿਕਾਵਾਂ, ਕਾਹਦਾ ਫਿਰ ਹੰਕਾਰ ਕਰਾਂ। ਜੇਕਰ ਇਹ ਗੱਲ ਨੂੰ ਅਸੀਂ ਸਮਝ ਲਈਏ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਗੱਲ ਆਖੀ ਸੀ ਮੇਦਨੀ ਪ੍ਰਕਾਸ਼ ਨੂੰ, ਵੀ ਭਾਵੇਂ ਵੱਡੇ ਵੱਡੇ ਰਾਜੇ ਹੋਣ ਨਾ, ਭਾਵੇਂ ਉਹ ਆਪਣੇ ਆਪ ਨੂੰ ਵੱਡੇ ਵੱਡੇ ਸੂਰਬੀਰ ਸਮਝਦੇ ਹੋਣ, ਯੋਧੇ ਸਮਝਦੇ ਹੋਣ ਨਾ, ਪਰ ਅੰਤ ਕੋ ਨਾਂਗੇ ਹੀ ਪਾਈ ਪਧਾਰੀਏ। ਅੰਤ ਨੂੰ ਤੇ ਨੰਗੇ ਪੈਰੀ ਜਾਣਾ ਦਾ। ਤੇ ਜੇ ਪਤਾ ਹੈ ਵੀ ਨੰਗੇ ਹੀ ਪੈਰੀ ਜਾਣਾ, ਫਿਰ ਮੈਂ ਕਿਸ ਗੱਲ ਦਾ ਹੰਕਾਰ ਕਰਾਂ, ਕਿਸ ਗੱਲ ਦਾ ਹੰਕਾਰ ਕਰਾਂ ਨਾ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਦੇ ਹਾਂ ਤੇ ਮਹਾਰਾਜ ਨੂੰ ਆਖਿਆ ਕਰੀਏ, ਸੱਚੇ ਪਾਤਸ਼ਾਹ ਤੇਰੀ ਕਿਰਪਾ ਤੋਂ ਬਿਨਾ ਅਸੀਂ ਕਾਸੇ ਜੋਗੇ ਨਹੀਂ, ਅਸੀਂ ਤਾਂ ਤੇਰੇ ਦਰ ਤੋਂ ਹੀ ਆ ਕੇ ਮੰਗਦੇ ਹਾਂ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਗੁਰੂ ਕਿਰਪਾ ਕਰੇ ਸਾਡੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਰਹਿੰਦੇ ਹੋਏ ਸੋਈਆਂ ਦੀ ਵਿਚਾਰ। ਅਗਲੇ ਰਿਦਵਾਨਾਂ ਅੰਦਰ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।